ਜਦੋਂ ਕਿਤੇ ਇਹਦੇ ਕਰਮ ਫੁੱਟਦੇ ਆ ਤੇ ਫਿਰ ਇਹਨੂੰ ਕਿਸੇ ਸਿੱਖ ਦਾ ਮੇਲ ਹੁੰਦਾ ਹੈ ਤੇ ਸਿੱਖ ਦਾ ਮੇਲ ਇਹਨੂੰ ਫਿਰ ਪ੍ਰੇਰ ਕੇ ਪਹਿਲਾਂ ਤਾਂ ਆਪਣੇ ਜੀਵਨ ਤੋਂ ਹੀ ਕੁਝ ਉਧਾਰ ਲੈਂਦਾ, ਚੰਗੇ ਪਾਸੇ ਲਾ ਲੈਂਦਾ। ਜਿਵੇਂ ਸਵੇਰੇ ਉੱਠਣਾ, ਨਿਤਨੇਮ ਕਰਨਾ, ਸ਼ਾਮ ਨੂੰ ਸੋਦਰ ਦਾ ਪਾਠ ਕਰਨਾ। ਫਿਰ ਉਹ ਸਿੱਖ ਪ੍ਰੇਰ ਕੇ ਕਿਤੇ ਲੈ ਜਾਂਦਾ ਸੰਗਤ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ, ਅਤੇ ਜਿੱਥੇ ਇਲਾਹੀ ਕੀਰਤਨ ਹੋ ਰਿਹਾ ਉੱਥੇ ਲੈ ਜਾਂਦਾ। ਇਵੇਂ ਹੀ ਸੱਚੇ ਪਾਤਸ਼ਾਹ ਨੇ ਦਾਸ ਨੂੰ ਇੱਕ ਸਿੱਖ ਦਾ ਮੇਲ ਕਰਾਇਆ ਜਿਹਦਾ ਨਾਂ ਗੁਰਚਰਨ ਸਿੰਘ ਸੀ। ਆਪਾਂ ਕਲਾਸ ਫੈਲੋ ਸੀ ਦੋਵੇਂ ਹੀ, ਅਤੇ ਦੋਵੇਂ ਕਲਾਸ ਫੈਲੋ ਹੋਣ ਕਰਕੇ ਉਹਨੇ ਮੈਨੂੰ ਗੁਰਮਤਿ ਦੀ ਕਥਾ ਕਹਾਣੀ ਸੁਣਾਈ, ਭਾਈ ਸਾਹਿਬ ਦੀਆਂ ਗੱਲਾਂ ਸੁਣਾਈਆਂ, ਅਤੇ ਫਿਰ ਮੈਨੂੰ ਸਵੇਰੇ ਉਠਾ ਕੇ ਨਿਤਨੇਮ ਕਰਨਾ ਸਿਖਾਇਆ। 3 ਵਜੇ ਆਪਾਂ ਇਕੱਠਿਆਂ ਨੇ ਉੱਠਣਾ, ਨਿਤਨੇਮ ਕਰਨਾ, ਫਿਰ ਸ਼ਾਮ ਨੂੰ ਸੋਦਰ ਦਾ ਪਾਠ ਕਰਨਾ। ਫਿਰ ਮੈਸ ਵਿੱਚ ਆਪਾਂ ਰਹਿੰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਉਤਸਵ ਆਇਆ ਅਤੇ ਮੈਨੂੰ ਕਹਿਣ ਲੱਗਾ ਚਲੋ ਤੁਹਾਨੂੰ ਨਾਰੰਗਵਾਲ ਲੈ ਚਲੀਏ, ਉੱਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਨਾ ਕੀਰਤਨ ਕਰਨਾ। ਅਤੇ ਮੈਂ ਕਿਹੜਾ ਭਾਈ ਸਾਹਿਬ ਨੂੰ ਜਾਣਦਾ ਸੀ ਕਦੇ, ਪਰ ਉਸ ਸਿੱਖ ਦੀ ਸੰਗਤ ਨੇ ਮੈਨੂੰ ਫਿਰ ਉਸ ਸੰਗਤ ਵਿੱਚ ਲੈ ਗਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ, ਜਿਹੜੀ ਕਿ ਬੜੇ ਰੰਗੇ ਹੋਏ ਗੁਰੂ ਕੇ ਪਿਆਰਿਆਂ ਦੀ ਸੰਗਤ ਸੀ। ਜਿੱਥੇ ਭਾਈ ਸਾਹਿਬ ਨੇ ਕੀਰਤਨ ਸ਼ੁਰੂ ਕੀਤਾ ਸੀ, ਹਰ ਸਿਮਰੀ ਦਿਨ ਸਭ ਰਹਿਣ, ਅਤੇ ਜਦੋਂ ਉਹਨਾਂ ਨੇ ਇਹ ਕੀਰਤਨ ਕਰਦਿਆਂ ਕਰਦਿਆਂ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ, ਐਸੀ ਉੱਚੀ ਸੁਰ ਵਿੱਚ ਪੰਚਮ ਵਿੱਚ ਜਾ ਕੇ ਗਾਵਿਆ, ਅਤੇ ਮੇਰੇ ਅੰਦਰ ਜਿਵੇਂ ਧੂਹ ਪੈ ਗਈ ਕਿ ਐ ਮਨਾ ਤੂੰ ਵਿਛੜਿਆ ਹੋਇਆ। ਅਜੇ ਬਚਪਨ ਸੀ, 17-18 ਸਾਲ ਦੀ ਉਮਰ ਸੀ ਮੇਰੀ, ਪਰ ਉਹਨਾਂ ਦੇ ਕੀਰਤਨ ਨਹੀਂ, ਕਿਉਂਕਿ ਕਲਯੁਗ ਵਿੱਚ ਕੀਰਤਨ ਪ੍ਰਧਾਨਾ, ਉਹ ਕੀਰਤਨ ਦਾ ਐਸੀ ਖਿੱਚ ਉਹਨਾਂ ਨੇ ਪਾਈ ਕਿ 12 ਘੰਟੇ ਉਸ ਕੀਰਤਨ 'ਚ ਸਾਰੀ ਰਾਤ ਬੈਠੇ ਰਹੇ। ਪਰ ਉਹ ਕੀਰਤਨ ਦਾ ਮੈਂ ਦੱਸ ਨਹੀਂ ਸਕਦਾ ਕਿ ਉਹ ਕੀ ਸੀ ਅਤੇ ਉਹ ਕਿੱਥੇ ਲੈ ਗਿਆ ਮੈਨੂੰ। ਫਿਰ ਉਹਨਾਂ ਦੇ ਬਾਅਦ ਉਹਨਾਂ ਨੇ 2-2.5 ਘੰਟੇ ਕੀਰਤਨ ਤੋਂ ਬਾਅਦ ਬੀਬੀਆਂ ਨੇ ਕੀਰਤਨ ਕੀਤਾ, ਫਿਰ ਸਿੰਘਾਂ ਨੇ ਹੋਰ ਕੀਤਾ। ਪਤਾ ਨਹੀਂ ਲੱਗਾ ਰਾਤ ਕਿਵੇਂ ਲੰਘ ਗਈ, ਪਰ ਉਹ ਬੜੀ ਰਸ ਵਾਲੀ ਰਾਤ ਸੀ। ਇਹ ਸੂਖ ਬਿਹਾਨੀ ਰਾਤੇ ਵਾਲੀ ਗੱਲ ਹੋਈ। ਨਾ ਮੈਂ ਕਦੇ ਜਾਗਿਆ ਸੀ, ਨਾ ਮੈਂ ਕਦੇ ਬਾਣੀ ਪੜ੍ਹੀ ਸੀ, ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਸੀ। ਤਾਂ ਉਸ ਸੰਗਤ ਨੇ ਮੈਨੂੰ ਖਿੱਚ ਪਾ ਦਿੱਤੀ, ਅੰਦਰ ਵੈਰਾਗ ਜਿਹਾ ਪੈਦਾ ਕਰ ਦਿੱਤਾ, ਅਤੇ ਫਿਰ ਮੈਨੂੰ 5 ਪਿਆਰਿਆਂ ਦੇ ਸੱਚੇ ਪਾਤਸ਼ਾਹ ਨੇ ਸਨਮੁਖ ਲਿਆਂਦਾ ਅਤੇ ਮੈਂ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਵੇਂ ਮੈਂ ਪਹਿਲਾਂ ਅੰਮ੍ਰਿਤ ਛਕਿਆ ਸੀ, ਪਰ ਮੈਨੂੰ ਪਤਾ ਹੀ ਕੁਛ ਨਹੀਂ ਸੀ ਰਹਿਤ ਬਹਿਤ ਦਾ, ਨਾ ਕਿਰਪਾਨ ਪਾਈ ਸੀ। ਜਪਜੀ ਸਾਹਿਬ ਦਾ ਰਹਿਰਾਸ ਦਾ ਕੀਰਤਨ ਸੋਹਲੇ ਦਾ ਪਾਠ ਕਰਦਾ ਸੀ ਮੈਂ ਸਿਰਫ। ਉਸ ਸੰਗਤ ਨੇ ਫਿਰ ਮੈਨੂੰ ਕੀਰਤਨ ਦਾ ਇੱਕ ਕਿਸਮ ਦਾ ਭੌਰਾ ਜਿਹਾ ਬਣਾ ਦਿੱਤਾ, ਅਤੇ ਮੈਂ ਹਰ ਸਮਾਗਮ ਜਿੱਥੇ ਵੀ ਹੁੰਦਾ, ਲੁਧਿਆਣੇ, ਜਲੰਧਰ, ਅੰਮ੍ਰਿਤਸਰ, ਉੱਥੇ ਫਿਰ ਪੁੱਜਣਾ, ਬੜੇ ਚਾਅ ਨਾਲ ਜਾਣਾ, ਅਤੇ ਕੀਰਤਨ ਸੁਣ ਕੇ 8-8, 9-9, 10-10 ਦਿਨ ਇੱਦਾਂ ਨਸ਼ਾ ਜਿਹਾ ਚੜ੍ਹਿਆ ਰਹਿਣਾ ਕਿ ਬਸ ਝੂਮ ਝੂਮ ਕੇ ਵਾਹਿਗੁਰੂ 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 ਕਰਨ ਨੂੰ ਜੀ ਕਰਨਾ। ਖੈਰ ਉਹ ਇੱਕ ਕਿਸਮ ਦਾ ਅੰਦਰ ਕਿਸੇ ਨੇ ਟੁੰਬ ਦਿੱਤਾ ਆਪਣੀ ਕਮਾਈ ਕਰਕੇ। ਕਮਾਈ ਉਹਨਾਂ ਦੀ ਸੀ, ਪਰ ਮੇਰੇ ਕਰਮ ਪੂਰਬਲੇ ਕੋਈ ਜਗਾ ਦਿੱਤੇ ਉਹਨਾਂ ਨੇ, ਗੁਰਮੁਖਾਂ ਨੇ। ਉਹਨਾਂ ਦੇ ਦਰਸ਼ਨ ਕਰਕੇ, ਸੰਗਤ ਵਿੱਚ ਬੈਠਿਆਂ ਨੂੰ ਵੇਖ ਕੇ
ਚਾਅ ਚੜ੍ਹ ਜਾਂਦਾ ਸੀ ਕਿ ਕਿਸ ਤਰ੍ਹਾਂ ਦੇ ਨੇ, ਇਹ ਕੀ ਕਰਦੇ ਨੇ। ਉਹਨਾਂ ਦੇ ਚਿਹਰੇ ਦਗ ਦਗ ਕਰਦੇ। ਕੋਈ ਨਿਹੰਗ ਸਿੰਘ ਬੈਠੇ ਹੁੰਦੇ ਸੀ, ਕੋਈ ਕਿਤੇ ਖੜ੍ਹਾ ਹੁੰਦਾ ਸੀ, ਜਿੱਦਾਂ ਸ਼ਹਿਦ ਦੀਆਂ ਮੱਖੀਆਂ ਜੁੜ ਕੇ ਬਹਿ ਜਾਂਦੀਆਂ ਨੇ, ਇੱਦਾਂ ਬੈਠੇ ਹੁੰਦੇ ਸੀ ਕੀਰਤਨ 'ਚ। ਕੋਈ ਹਿਲਦਾ ਹੀ ਨਹੀਂ ਸੀ, ਨਾ ਕਿਤੇ ਜਾਂਦਾ ਸੀ, ਅਤੇ ਨਾ ਕੋਈ ਮੰਗ ਕਰਦਾ ਸੀ ਵੀ ਮੈਂ ਕੀਰਤਨ ਕਰਨਾ। ਸਹਿਜ ਸੁਭਾਅ ਜਿਹਨੂੰ ਕੀਰਤਨ ਦਾ ਟਾਈਮ ਮਿਲਦਾ ਉਹ ਕੀਰਤਨ ਕਰਨ ਲੱਗ ਪੈਂਦਾ। ਉਸ ਕੀਰਤਨ ਤੋਂ ਬਾਅਦ ਫਿਰ ਕੁਦਰਤੀ ਸੀ ਮੇਰੇ ਅੰਦਰ ਵੀ ਚਾਅ ਪੈਦਾ ਹੋਇਆ ਕਿ ਮੈਂ ਵੀ ਕੀਰਤਨ ਕਰਿਆ ਕਰਾਂ। ਮੈਨੂੰ ਇੱਕ ਵਾਜਾ ਮਿਲ ਗਿਆ ਆਪਣੇ ਆਪ। ਫਿਰ ਮੈਂ ਉਹ ਵਾਜੇ 'ਤੇ ਉਂਗਲਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਸੱਚੇ ਪਾਤਸ਼ਾਹ ਨੇ ਹਰ ਸਿਮਰੀ ਦਿਨ ਸਭ ਰਹਿਣ ਵਾਲਾ ਸ਼ਬਦ ਮੇਰੇ ਕੋਲੋਂ ਕਢਵਾ ਦਿੱਤਾ। ਫਿਰ ਜਿਹੜੀਆਂ ਤਰਜ਼ਾਂ ਮੈਂ ਸੁਣੀਆਂ ਸੀ ਭਾਈ ਸਾਹਿਬ ਦੇ ਕੀਰਤਨ 'ਚ, ਉਹ ਜਿਵੇਂ ਮੇਰੇ ਅੰਦਰ ਰਿਕਾਰਡ ਹੋ ਗਈਆਂ ਵੀ, ਜਿਵੇਂ ਸਾਰੀਆਂ ਹੀ ਤਰਜ਼ਾਂ ਕਦੇ ਕਦੇ ਕੋਈ, ਕਦੇ ਕੋਈ, ਕਦੇ ਕੋਈ ਮੇਰੇ ਅੰਦਰੋਂ ਆਉਣੀ ਸ਼ੁਰੂ ਹੋ ਗਈ। ਅਤੇ ਮੈਂ ਉਹਨਾਂ ਤਰਜ਼ਾਂ 'ਤੇ ਕੀਰਤਨ ਹੌਲੀ 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 ਕਰਨਾ ਸ਼ੁਰੂ ਕਰ ਦਿੱਤਾ। ਫਿਰ ਸੰਗਤ ਵਿੱਚ ਮੈਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਮਹਾਰਾਜ ਦੀ ਕਿਰਪਾ ਨਾਲ। ਕੀਰਤਨ ਦਾ ਫਿਰ ਆਹਰ ਜਿਹਾ ਬਣ ਗਿਆ। ਫਿਰ ਘਰ ਵੀ ਕੀਰਤਨ ਕਰਨਾ, ਗੁਰਦੁਆਰੇ ਸੁਣਨ ਜਾਣਾ ਕੀਰਤਨ, ਫਿਰ ਕੀਰਤਨ ਰੱਖ ਲੈਣੇ ਪ੍ਰੋਗਰਾਮ, ਉੱਥੇ ਜਾਣਾ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ। ਅਤੇ ਇਸ ਤਰ੍ਹਾਂ ਕੀਰਤਨ ਕਰਦਿਆਂ ਕਰਦਿਆਂ ਇੱਕ ਸਟੇਜ ਸੀ ਕੀਰਤਨ ਦੀ ਕਿ ਕੀਰਤਨ ਵਿੱਚ ਰਸ ਆਉਣਾ ਜਾਂ ਉਹਨੂੰ ਪ੍ਰਾਪਤ ਕਰਨਾ, ਜਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਮਹਾਰਾਜ ਕੋਲੋਂ ਕੁਛ ਮੰਗ ਕਰਨੀ, ਤਾਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ। ਉਸ ਕਿਰਪਾ ਸਦਕਾ ਫਿਰ ਬਾਅਦ 'ਚ ਮਨ ਵਿਕਾਰੀ ਵੀ ਹੋਇਆ, ਡਿੱਗਿਆ ਵੀ, ਪਰ ਫਿਰ ਸੱਚੇ ਪਾਤਸ਼ਾਹ ਨੇ ਉਠਾਲ ਲਿਆ, ਬਾਂਹ ਫੜ ਲਈ, ਥੋੜ੍ਹੀ ਜਿਹੀ ਬਚਾ ਲਿਆ। ਫਿਰ ਸੰਗਤ ਬਾਊ ਮਲ ਸਿੰਘ ਦੀ, ਭਾਈ ਰਾਮ ਸਿੰਘ ਦੀ, ਪੂਰਨ ਸਿੰਘ ਸੂਰਤ ਜੀ ਦੀ, ਅਤੇ ਭਾਈ ਬਾਵਾ ਸਿੰਘ, ਪ੍ਰਾਤਨ ਸਿੰਘ ਸੀਗੇ, ਭਾਈ ਜੀਵਨ ਸਿੰਘ, ਭਾਈ ਮਹਿੰਦਰ ਸਿੰਘ SDO, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਸਾਰਿਆਂ ਦੀ ਸੰਗਤ ਮਹਾਰਾਜ ਨੇ ਬਖਸ਼ਦੇ ਰਹੇ। ਦਾਸ ਦਾ ਆਨੰਦ ਕਾਰਜ ਹੋ ਗਿਆ। ਫਿਰ ਇਹਦੇ ਬਾਅਦ ਫਿਰ ਵੀ ਕੀਰਤਨ ਦਾ ਇਹ ਚੱਲਦਾ ਰਿਹਾ ਸੰਗਤ ਵਿੱਚ ਜਾ ਕੇ। ਇਹਨਾਂ ਕੀਰਤਨਾਂ ਤੋਂ ਬਾਅਦ 20-25 ਸਾਲ ਮੈਂ ਭਾਈ ਸਾਹਿਬ ਦੀਆਂ ਕਿਤਾਬਾਂ ਥੋੜ੍ਹੀਆਂ ਪੜ੍ਹੀਆਂ ਸੀ। ਇੱਕ ਕਥਾ ਕੀਰਤਨ ਸੀ। ਸੱਚੇ ਪਾਤਸ਼ਾਹ ਦੀ ਬਾਣੀ ਨੂੰ ਗ੍ਰਾਮੈਟੀਕਲੀ ਪੜ੍ਹਨ ਲਿਖਣ ਦਾ ਵੀ ਚਾਅ ਥੋੜ੍ਹਾ ਬਹੁਤਾ ਪੈਦਾ ਹੁੰਦਾ ਰਿਹਾ। ਪਾਠਾਂ ਵਿੱਚ, ਕੀਰਤਨ ਵਿੱਚ ਹਿੱਸਾ ਲੈਂਦਿਆਂ ਇਹ ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ ਕਿ ਪਹਿਲੀ ਸਟੇਜ ਹੈ ਵੈਰਾਗ ਪੈਦਾ ਹੁੰਦਾ ਬੰਦੇ ਦੇ। ਜਦੋਂ ਵੈਰਾਗ ਪੈਦਾ ਹੁੰਦਾ ਫਿਰ ਉਹ ਆਪਣੇ ਅੰਦਰ ਥੋੜ੍ਹਾ ਬਹੁਤਾ ਬਾਣੀ ਦੇ ਨਾਲ, ਵੈਰਾਗ ਬਾਣੀ ਨੇ ਨਹੀਂ ਪੈਦਾ ਕਰਨਾ, ਆਪਣੇ ਆਪ ਨੂੰ ਝੰਜੋੜਦਾ ਕਿ ਮੈਂ ਕੀ ਹਾਂ। ਪਰ ਉਹ ਵੈਰਾਗ ਅਸਲ ਵੈਰਾਗ ਨਹੀਂ ਹੁੰਦਾ, ਸਿਰਫ ਬਾਣੀ ਨੇ ਉਹਨੂੰ ਆਪਣੇ ਵਾਲੇ ਪਾਸੇ ਲਾਉਣਾ ਹੁੰਦਾ ਕਿ ਮਨੁੱਖ ਭੁੱਲਿਆ, ਇਹਨੂੰ ਮੈਂ ਆਪਣੇ ਵਾਲੇ ਪਾਸੇ ਲਾ ਲਵਾਂ। ਇਸ ਲਈ ਉਹਦੇ ਅੰਦਰ ਵੈਰਾਗ ਪੈਦਾ ਕਰਦੀ ਆ। ਅਤੇ ਉਹ ਵੈਰਾਗ ਜਿਹੜੇ ਨੇ ਉਹਦੇ ਕਰਮਾਂ ਕਰਕੇ ਪੈਦਾ ਹੁੰਦਾ। ਉਹਦੇ ਕਰਮ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟੂ ਪ੍ਰਖਰਸ ਬੈਰਾਗੀ। ਜਦੋਂ ਪੂਰਬਲੇ ਕਰਮਾਂ ਕਰਕੇ ਬੰਦੇ ਦੇ ਉਹ ਕਰਮ ਸਫਟ ਹੁੰਦੇ ਨੇ, ਫਿਰ ਸੱਚੇ ਪਾਤਸ਼ਾਹ ਦੇ ਲੜ ਵਿੱਚ ਲੱਗ ਜਾਂਦਾ। ਲੜ ਲੱਗ ਕੇ ਵੀ ਜੇ ਸਾਡੀ ਕਮਾਈ ਨਹੀਂ, ਸਾਡੇ ਅੰਦਰ ਕੁਛ ਨਹੀਂ, ਅਤੇ ਫਿਰ ਅਸੀਂ ਡਿੱਗ ਪੈਂਦੇ ਹਾਂ, ਭੁੱਲ ਜਾਂਦੇ ਹਾਂ। ਅਤੇ ਸਦਾ ਸਾਰਾ ਜੀਵਨ ਇਸੇ ਤਰ੍ਹਾਂ ਹੀ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਇਸ ਤਰ੍ਹਾਂ ਹੀ ਉੱਠਦਿਆਂ, ਡਿੱਗਦਿਆਂ, ਢਹਿੰਦਿਆਂ ਲੰਘ ਜਾਂਦਾ। ਅਤੇ ਅਖੀਰ ਨੂੰ ਕੱਖ ਵੀ ਨਹੀਂ ਪੱਲੇ ਰਹਿੰਦਾ, ਪਛਤਾਵਾ ਰਹਿ ਜਾਂਦਾ ਕਿ ਮੈਂ ਤਾਂ ਕੁਛ ਵੀ ਨਹੀਂ ਕੀਤਾ। ਪਰ ਕੁਛ ਸਮਾਂ ਬਾਅਦ ਸੰਗਤ ਫੇਰ ਬਣੀ ਕਿ ਸਿਮਰਨ ਕਰਨਾ ਚਾਹੀਦਾ ਹੈ, ਅਤੇ ਸਿਮਰਨ ਕਰਨ ਨਾਲ ਹੀ ਮਨ ਨੂੰ ਥੋੜ੍ਹਾ ਬਹੁਤਾ ਸਹਾਰਾ ਮਿਲਣਾ ਹੈ। ਜਦ ਤੋਂ ਸਿਮਰਨ ਸ਼ੁਰੂ ਕੀਤਾ ਫਿਰ
मन विच कई तरह के विचार फुरने शुरू हो गए, पर सिमरन दे करदियां करदियां वो फुरने हौली 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 फिर आपे सच्चे पातशाह कढ़ दिंदे ने। ते भाई साहब लिखते हैं कि पहला वैराग आउंदा है, फिर जोग आउंदा है, ते फिर ज्ञान आउंदा है। जिद्दां बंदे दे अंदर वैराग पैदा होया, फिर वो चुप करके कई बार ते बाणी नूं सुणन लग पैंदा है। एक किस्म का जोग हो जाता, जुड़ जाता। जोग का मतलब जुड़ जाना। जब जुड़ जाता है तो फिर अंदरों ही चंगे माड़े की समझ आनी शुरू हो जाती है। आ चंगा है, आ माड़ा है। फिर वो एक किस्म का ना ज्ञानी बन जाता, ज्ञानी ज्ञानवान बन जाता है। हर मनुख के अंदर इहो जिहियां चीज़ां वरतदियां ने तो वो अपने आप को फिर ज्ञानी समझण लग पैंदा भी मेरे वर्गा ज्ञानी कोई नहीं। उत्थे आण के फिर डिग पैंदा। पहलां ते कर्म की सफुरता जदों वैराग विच आउंदी है उत्थे भी डिग पैंदा। लोग समझे बड़ा भगत है तो उत्थे डिग पिया। फिर कहते ने भी ये बड़ा जुड़ के बैठदा है, फिर डिग पिया। फिर कहते बड़ा इनू ते है ज्ञान बड़ा है, कीर्तन बड़ा सोहना करदा है, कथा बड़ी सोहनी करदा, फिर डिग पिया। सच्चे पातशाह इनू इंज भड़का भड़का के मारदे ना भी चल हाँ कित्थे जाना तू। ना ये वैराग विच, ना ये योग विच, ना ये ज्ञान विच किते भी फस के निकल नहीं सकदा। ते निकलदा तां है जे ये भगती करेगा। भगती श्रेष्ठ है ते भगती नूं कोई आँच नहीं आउंदी, सिमरन नूं कोई आँच नहीं आउंदी। इन्हें सिमरन ने अंदरों हौमे भी मारनी है, अंदर दियां कुरेतां कुरीतियां नूं भी कढ़ना है, ते अंदर दी सुरती बिरती नूं भी इन्हें पिछली नूं तोड़ भन के ठीक करना है। ते सच्चे पातशाह किरपा करे, संगत बख्शदा रवे ऐसे बख्शियां दी। ते फिर ये सारियां चीज़ां सहजे सहजे महाराज साहब किरपा करके बख्श देन। ते जोतड़ी बेनती है इहो ही। और आपां की किसी नूं दस सकते हैं भाई। सच्चे पातशाह दे कोल सारा खजाने, सारा भंडारा भरिया पिया। जिस दे उत्ते किरपा करेगा उन्होंने दे देगा। साडी भी ये जोतड़ी बेनती है, सच्चे पातशाह किरपा करो, साध संगत दी चरण धूड़ी बख्शो। कोई किणका मात्र साडे भले भी पा दिओ। तरला है महाराज दे चरणां दा। अगे उहदी मर्जी है भाई, जे साडा ये जन्म इस जन्म च कटना है तो कट देगा, जे एक फुरने च कटना तो कट देगा, नहीं तो फिर अगे हो जाऊगा। अगे पता नहीं एक मिलेगा कि दो मिलेगा कि तीन मिलणगे, पता नहीं। उहदे नाल मिलाप तो बगैर गुजारा होना नहीं है। छुटकारा नहीं, बिन हर भजन नहीं छुटकारा। मन मेरे भूले कपट ना कीजे, अंत नवेरा तेरे जी पै लीजे। छिन छिन तन चीजे जरा जुनावे, तब तेरी योग कोई पानी हो ना पावे। कहत कबीर कोई नहीं तेरा, कहत कबीर कोई नहीं तेरा।